सतनाम श्री वाहिगुरु साहिब जीओ। आसा महला पंजवा। भई परापत मानुख दे हुरिया, गोविंद मिलन की तेरी बरिया। अवर काज तेरा कितै न काम, मिल साध संगत भज केवल नाम। सरंजाम लाग भव जल तरन कै, जन्म वृथा जात रंग माया कै रहाओ। सरंजाम लाग भव जल तरन कै, जन्म वृथा जात रंग माया कै रहाओ। वाहिगुरु जी का खालसा, वाहिगुरु जी की फतेह। आओ गुरु प्यारे, गुरु सवारे, सत्संगी जनो, रोजाना की तरह पातशाह जी की अपार किरपा बख्शिश का सदका ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ। ਨਿਤਨੇਮ ਉਪਰੰਤ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਆਓ ਪਵਿੱਤਰ ਬਾਣੀ ਦੇ ਵਿਚਾਰ ਨਾਲ ਜੁੜਨਾ ਕਰੀਏ ਜੀ। ਉਸ ਤੋਂ ਪਹਿਲਾਂ ਗੁਰੂ ਚਰਨਾਂ ਨਾਲ ਲਵਾਈਏ ਹਾਜ਼ਰੀਆਂ। ਗੁਰੂ ਕੇ ਬਖਸ਼ੇ ਫਤਿਹ ਦੇ ਨਾਅਰੇ ਨੂੰ ਕਰੋ ਬੁਲੰਦ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪੰਜਵਾ। ਭਈ ਪਰਾਪਤ ਮਾਨੁਖ ਦੇ ਹੁਰੀਆ। ਇਹ ਪਵਿੱਤਰ ਸ਼ਬਦ ਆਸਾ ਰਾਗ ਦੇ ਵਿੱਚ ਸੁਭਾਏਮਾਨ ਹੈ ਅਤੇ ਰਹਿਰਾ ਸਾਹਿਬ ਦੇ ਵੀ ਵਿੱਚ ਇਹ ਦਰਜ ਕੀਤਾ ਹੋਇਆ। ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਬਚਨ ਸਤਿਗੁਰੂ ਮਨੁੱਖ ਨੂੰ ਉਪਦੇਸ਼ ਦਿੰਦੇ ਹੋਏ ਬਖਸ਼ਿਸ਼ ਕਰਦੇ ਹਨ ਕਿ ਇਹ ਭਾਈ, ਇਹ ਜਿਹੜੀ ਤੈਨੂੰ 84 ਲੱਖ ਜੂਨਾਂ ਵਿੱਚੋਂ ਮਾਨਸ ਦੇਹੀ ਮਿਲੀ ਹੈ, ਮਨੁੱਖਾ ਦੇਹੀ ਮਿਲੀ ਹੈ, ਇਹ ਮਾਨੋ ਪਰਮੇਸ਼ਰ ਦੇ ਦਰ ਦੇ ਉੱਤੇ ਤੂੰ ਪਹੁੰਚ ਗਿਆ ਹੈ। ਪਰਮੇਸ਼ਰ ਦੇ ਕੋਲ ਪਹੁੰਚਣ ਦਾ ਸਮਾਂ ਆ ਗਿਆ। ਜਿਵੇਂ ਕੋਈ ਬੰਦਾ ਦੇਹਲੀ ਦੇ ਉੱਤੇ ਖੜਾ ਹੋਵੇ, ਇੱਕ ਪਾਸੇ ਉਹਦਾ ਮਕਾਨ ਹੈ ਤੇ ਇੱਕ ਪਾਸੇ ਸੰਸਾਰ ਹੈ। ਜੇ ਉਸ ਦਾ ਧਿਆਨ ਸੰਸਾਰ ਵੱਲ ਹੋ ਜਾਵੇ ਤੇ ਫਿਰ ਲਗਾਤਾਰ ਜਨਮ ਲੈਂਦਾ ਸੰਸਾਰ ਵਿੱਚ ਭਟਕ ਸਕਦਾ ਹੈ। ਤੇ ਜੇ ਆਪਣੇ ਘਰ ਚਲਿਆ ਜਾਵੇ ਤੇ ਇੱਜ਼ਤ ਹੈ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਉਸ ਦੇਹਲੀ ਦੀ ਨਿਆਈ ਇਹ ਜਿਹੜਾ ਮਨੁੱਖਾ ਜੀਵਨ ਹੈ, ਇਹ ਪਰਮੇਸ਼ਰ ਦੇ ਘਰ ਜਾਣ ਦਾ, ਆਪਣੇ ਘਰ ਜਾਣ ਦਾ ਤੇਰਾ ਸਮਾਂ ਆ ਗਿਆ। ਤੈਨੂੰ ਵਾਰੀ ਸਮਾਂ ਦਿੱਤਾ ਗਿਆ, ਚਾਂਸ ਦਿੱਤਾ ਗਿਆ ਹੈ। ਗੋਬਿੰਦ ਮਿਲਣ ਕੀ ਇਹੋ ਤੇਰੀ ਵਰੀਆ। ਤੈਨੂੰ ਪਰਮੇਸ਼ਰ ਦੇ ਨਾਲ ਮਿਲਣ ਦਾ, ਮਿਲਾਉਣ ਦਾ ਇਹ ਚਾਂਸ, ਇਹ ਸਮਾਂ ਪ੍ਰਾਪਤ ਹੋਇਆ। ਤਾਂ ਤੇ ਜਲਦੀ ਤੋਂ ਜਲਦੀ ਗੁਰੂ ਵਾਲਾ ਬਣ, ਸਰੰਜਾਮ ਲਾਗ ਭਵਜਲ ਤਰਨ ਕੈ। ਇਹ ਮਨੁੱਖਾ ਜੀਵਨ ਜਿਹੜਾ ਹੈ, ਇਹਦੇ ਰਾਹੀਂ ਪਰਮੇਸ਼ਰ ਦੇ ਮਿਲਣ ਦਾ ਇੰਤਜ਼ਾਮ ਕਰ। ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ। ਔਰ ਜਿਤਨੇ ਵੀ ਤੂੰ ਸੰਸਾਰ ਦੇ ਕਾਰਜ ਕਰਦਾ, ਇਹਨਾਂ 'ਚੋਂ ਕੋਈ ਵੀ ਕਾਰਜ, ਕੋਈ ਵੀ ਕੰਮ ਤੇਰੇ ਸਦਾ ਕੰਮ ਆਉਣ ਵਾਲਾ ਨਹੀਂ। ਇਹੀ ਤੇਰਾ ਅਵਸਰ, ਇਹੀ ਤੇਰੀ ਬਾਰ। ਘਟ ਭੀਤਰ ਤੂੰ ਦੇਖ ਵਿਚਾਰ, ਆਪਣੇ ਹਿਰਦੇ ਦੇ ਅੰਦਰ ਦੇਖ ਕਰਕੇ ਝਾਤੀ ਮਾਰ ਕੇ ਤੂੰ ਕੌਣ ਹੈ, ਕਿੱਥੋਂ ਆਇਆ, ਕੀ ਲੈਣ ਆਇਆ ਹੈ।
कहत कबीर जीत कै हार की हुण तो मनुखा जन्म जितना है ਜਾਂ हारना है। सोच ਬਹੁ ਵਿਦ ਕਹਿਓ ਪੁਕਾਰ ਪੁਕਾਰ। ਭਗਤ ਜੀ ਕਹਿੰਦੇ ਅਸੀਂ ਬਾਣੀ ਦੇ ਵਿੱਚ ਬੜਾ ਹੀ ਉੱਚੀ ਬੋਲ ਬੋਲ ਕੇ ਸੰਸਾਰ ਨੂੰ ਦੱਸਦੇ ਹਾਂ। ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇ ਲਹੀ। नानक कहत मिलन की बरिया सिमरत कहाँ नहीं। हे मूर्ख हे मनुख तेरे हाथ ए सुंदर चान साया इस तो लाहा लै। बेनती कर सतगुर अगे तुमरी कृपा ते मानुख देह पाई है। देहो दर्श हर राया। ਇਸ 'ਤੇ ਸਤਿਗੁਰੂ ਪਾਤਸ਼ਾਹ ਜੀ ਇੱਕ ਦ੍ਰਿਸ਼ਟਾਂਤ ਵੀ ਦਿੰਦੇ ਹਨ। ਉਦਾਹਰਨ ਹੈ ਇੱਕ, ਜਿਵੇਂ ਇੱਕ ਧਰਮ ਧੁਜਾ ਨਾਮ ਦਾ ਧਰਮਾਤਮਾ ਰਾਜਾ ਹੋਇਆ। ਉਹਨੇ ਕਿਲ੍ਹਾ ਤਿਆਰ ਕਰਵਾਇਆ। ਉਹਦੇ 84 ਬੂਹੇ ਰੱਖੇ ਗਏ। ਇੱਕ ਬੂਹਾ ਖੁੱਲ੍ਹਾ ਹੈ, ਬਾਕੀ ਸਭ ਬੰਦ ਹਨ। ਇੱਕ ਦ੍ਰਿਸ਼ਟਾਂਤ ਹੈ ਧਰਮ ਧੁਜਾ ਰਾਜੇ ਦਾ ਨਾਮ ਰੱਖਿਆ ਹੈ। ਧਰਮਾਤਮਾ ਰਾਜਾ ਹੈ, ਭਾਵ ਧਰਮ ਦਾ ਕੰਮ ਹੈ ਆਤਮਾ ਨੂੰ ਪਰਮੇਸ਼ਰ ਵੱਲ ਲੈ ਜਾਣਾ। ਧੁਜਾ ਹੁੰਦਾ ਨਿਸ਼ਾਨ। ਤੋ ਮਾਨੋ ਉਸ ਦੇ ਜਿਹੜੇ ਹਨ 83 ਦਰਵਾਜ਼ੇ ਬੰਦ ਹੈ, ਇੱਕ ਦਰਵਾਜ਼ਾ ਖੁੱਲ੍ਹਾ ਹੈ। ਜਿਹੜਾ ਖੁੱਲ੍ਹਾ ਦਰਵਾਜ਼ਾ ਹੈ ਉਹਦੇ ਵਿੱਚ ਇੱਕ ਸ਼ਹਿਦ ਦਾ ਮੱਖੀਆਂ ਦਾ ਛੱਤਾ ਵੀ ਲੱਗਿਆ ਹੋਇਆ ਸੀ। ਕਹਿੰਦੇ ਉਸ ਕਿਲ੍ਹੇ ਦੇ ਵਿੱਚ ਇੱਕ ਅੱਖਾਂ ਤੋਂ ਅੰਨਾ ਤੇ ਟੁੰਡਾ ਸਿਰੋਂ ਗੰਜਾ ਆਦਮੀ ਪ੍ਰਵੇਸ਼ ਕਰ ਗਿਆ। ਹੁਣ ਉਸ ਨੂੰ ਉਹਦੇ ਵਿੱਚੋਂ ਨਿਕਲਣਾ ਔਖਾ ਹੋ ਗਿਆ। ਇੱਧਰ ਉੱਧਰ ਠੋਕਰਾਂ ਖਾਂਦਾ ਰਿਹਾ, ਦੁਖੀ ਹੋ ਗਿਆ। ਉੱਚੀ ਉੱਚੀ ਕੂਕ ਪੁਕਾਰ ਕਰਦਾ ਹੈ, ਕੋਈ ਮੈਨੂੰ ਇਹ ਚੱਕਰ 'ਚੋਂ ਕੱਢ ਦਿਓ, ਮੈਂ ਵਿੱਚੇ ਹੀ ਭਟਕ ਰਿਹਾ, ਮੈਨੂੰ ਰਸਤਾ ਨਹੀਂ ਦਿਖਾਈ ਦੇ ਰਿਹਾ। ਕੋਈ ਮੇਰੇ 'ਤੇ ਤਰਸ ਕਰਕੇ ਮੈਨੂੰ ਇਸ ਕਿਲ੍ਹੇ 'ਚੋਂ ਬਾਹਰ ਕੱਢ ਦੇਵੇ। ਸੰਸਾਰ ਉਹ ਕਿਲ੍ਹਾ ਹੈ, 83 ਦਰਵਾਜ਼ੇ ਬੰਦ ਹਨ। 83,000 83 ਲੱਖ 99,999 ਦਰਵਾਜ਼ੇ ਬੰਦ ਹਨ। ਜੀਵ ਜੰਤੂਆਂ ਦੇ, ਪਸ਼ੂ ਪੰਛੀਆਂ ਦੇ ਜਨਮਾਂ ਦੇ, ਜਿਨ੍ਹਾਂ ਵਿੱਚ ਜੀਵ ਆਪਣੇ ਘਰ ਨਹੀਂ ਜਾ ਸਕਦਾ। ਕੇਵਲ ਤੇ ਕੇਵਲ ਗਿਆਨ ਦਾ ਦਰਵਾਜ਼ਾ, ਕੇਵਲ ਤੇ ਕੇਵਲ ਮਨੁੱਖਾ ਜਨਮ ਹੈ ਜਿਸ ਦੇ ਰਾਹੀਂ ਇਹ ਬਾਹਰ ਨਿਕਲ ਸਕਦਾ ਹੈ। ਪਰ ਇਸ ਦਰਵਾਜ਼ੇ ਦੇ ਉੱਤੇ ਮਾਇਆ ਦਾ ਮਿੱਠੇ ਸ਼ਹਿਦ ਦਾ ਛੱਤਾ ਲੱਗਿਆ ਹੋਇਆ ਹੈ। ਕਹਿੰਦੇ ਉਸ ਮਨੁੱਖ ਨੇ ਜਦ ਪੁਕਾਰਾਂ ਕੀਤੀਆਂ ਔਰ ਉਸ ਦੀ ਪੁਕਾਰ ਸੁਣ ਕੇ ਗੁਰੂ ਰੂਪੀ ਗਿਆਨਵਾਨ ਨੂੰ ਦਇਆ ਆਈ, ਤਰਸ ਆਇਆ ਔਰ ਉਸ ਨੇ ਤਰਸ ਕਰਕੇ ਉਸ ਨੂੰ ਇੱਕ ਜੁਗਤ ਦੱਸੀ। ਇਸ 84 ਲੱਖ ਦਰਵਾਜ਼ਿਆਂ ਦੇ ਕਿਲ੍ਹੇ 'ਚੋਂ ਨਿਕਲਣ ਦੇ ਲਈ ਕਿ ਤੂੰ ਇੱਦਾਂ ਕਰ, ਆ ਤੇਰਾ ਇੱਕ ਹੱਥ ਠੀਕ ਹੈ ਨਾ, ਇਸ ਹੱਥ ਨਾਲ ਧਰਤੀ ਨੂੰ ਆਪਣਾ ਕੰਧ ਨੂੰ ਟੋਂਦਾ ਤੁਰਿਆ ਜਾ। ਟੋਂਦਾ ਹੋਇਆ ਜਿੱਥੇ ਤੈਨੂੰ ਖੁੱਲ੍ਹਾ ਦਰਵਾਜ਼ਾ ਮਿਲ ਗਿਆ ਉੱਥੋਂ ਬਾਹਰ ਨਿਕਲ ਜਾਈਂ। ਉਸ ਦੁਖੀਏ ਮਨੁੱਖ ਨੇ ਉਸ ਗਿਆਨਵਾਨ ਮਨੁੱਖ ਭਾਵ ਗੁਰੂ 'ਤੇ ਭਰੋਸਾ ਕੀਤਾ ਹੈ, ਦੱਸਣ ਵਾਲੇ 'ਤੇ ਭਰੋਸਾ ਕੀਤਾ ਹੈ। ਉਹਨੇ ਕੰਧ ਨੂੰ ਟੋਹਣਾ ਸ਼ੁਰੂ ਕੀਤਾ। ਬੜਾ ਲੰਮਾ ਚੱਕਰ ਕੱਢ ਕੇ ਅਖੀਰ ਉਹ ਖੁੱਲ੍ਹੇ ਦਰਵਾਜ਼ੇ ਕੋਲੇ ਪਹੁੰਚ ਗਿਆ, ਜਿਵੇਂ ਅੱਜ ਅਸੀਂ ਮਨੁੱਖਾ ਜਨਮ 'ਚ ਪਹੁੰਚੇ ਹਾਂ। ਪ੍ਰੀਤਮ ਜੀ ਇਸ ਵਿਸ਼ੇ 'ਤੇ ਕਹਿੰਦੇ ਹਨ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲੇ ਦੇਹ ਸੰਜਰੀਆ।
बड़े लंबे समय बाद सानू मनुखा देही साज के दिती। परमेश्वर ने बहाना बनाया, तुम कर आवो मेरे मीत, तुमरे दोखी हर आप निवारे, अपदा भई बतीत। समा मिलिया सलो खैर उस अन्ने मनुख ने कंध दे नाल ला करके हाथ तुरना कीता। 84 ਲੱਖ ਜੂਨਾਂ ਦੇ ਕਿਲੇ ਚੋਂ ਨਿਕਲਣ ਦੇ ਲਈ ਜਦੋਂ ਇਸ ਮਾਨਸ ਜਾਮੇ ਦੇ ਗੇਟ ਤੇ ਆਇਆ ਮਨੁੱਖ, ਉਧਰੋਂ ਅੰਨਾ ਬੰਦਾ ਵੀ ਜਦੋਂ ਉਸ ਗੇਟ ਤੇ ਆਇਆ ਤੇ ਗੇਟ ਖੁੱਲਾ ਮਿਲਿਆ, ਉਹਨੇ ਹੱਥ ਮਾਰਿਆ। ਕੁਦਰਤੀ ਉਹਦਾ ਹੱਥ ਜਿਹੜਾ ਮੱਖੀਆਂ ਦੇ ਮਖਿਆਲ ਦੇ ਛੱਤੇ ਵਿੱਚ ਵੱਜਿਆ। ਉਂਗਲਾਂ ਨੂੰ ਜੈ ਆਪਣਾ ਮਖਿਆਲ ਲੱਗ ਗਿਆ, ਚੱਟਣ ਲੱਗਿਆ। ਇਹ ਕੀ ਹੈ? ਬੜਾ ਮਿੱਠਾ ਲੱਗਿਆ। ਉੱਥੇ ਮਨ ਮਸਤ ਹੋ ਗਿਆ। ਪਰ ਨਾਲ ਹੀ ਜਿਹੜੀਆਂ ਮੱਖੀਆਂ ਸਨ ਉਹ ਸਿਰ 'ਤੇ ਲੜ ਗਈਆਂ। ਉਸਦੇ ਲੜਨ ਤੋਂ ਬਾਅਦ ਜਿਹੜੇ ਹੱਥ ਨਾਲ ਉਹ ਟੋਹ ਰਿਹਾ ਸੀ, ਉਹੀ ਹੱਥ ਉਹਨੇ ਕੰਨ ਤੋਂ ਚੱਕ ਲਿਆ ਤੇ ਸਿਰ ਖੁਰਕਣ ਲੱਗਿਆ। ਤੇ ਖੁਰਕਦਾ ਹੋਇਆ ਗੁਰੂ ਪਿਆਰਿਓ ਉਸ ਕਿਲੇ ਦੇ ਖੁੱਲੇ ਗੇਟ ਨੂੰ ਪਾਸ ਕਰ ਗਿਆ, ਭਾਵ ਗਾਂਹ ਲੰਘ ਗਿਆ। ਜਦੋਂ ਅੱਗੇ ਲੰਘ ਗਿਆ ਤੇ ਫਿਰ 84 ਲੱਖ ਜੂਨਾਂ ਆਰੰਭ ਹੋ ਗਈਆਂ, ਫਿਰ ਬੰਦ ਗੇਟ ਆਰੰਭ ਹੋ ਗਏ। ਕਰਮਾਂ ਦੀ ਐਸੀ ਮਾਰ ਪੈਂਦੀ ਹੈ ਮਨੁੱਖ ਨੂੰ, ਇਹ ਜੀਵ ਨੂੰ। ਜਦੋਂ ਮਨੁੱਖਾ ਜੀਵਨ ਦਾ ਖੁੱਲ੍ਹਾ ਬੂਹਾ ਸਾਹਮਣੇ ਆਉਂਦਾ ਹੈ ਤਾਂ ਇਸ ਨੂੰ ਸੰਸਾਰ ਦੇ ਵਿੱਚ ਮਾਇਆ ਰੂਪੀ ਅਨੇਕਾਂ ਹੀ ਆਸ਼ਾ ਤ੍ਰਿਸ਼ਨਾਵਾਂ ਦੀਆਂ ਮੱਖੀਆਂ ਡੰਗ ਮਾਰਦੀਆਂ। ਹੱਥ ਤਾਂ ਇੱਕੋ ਹੀ ਸੀ, ਉਸੇ ਨਾਲ ਟੋਹਣ ਲੱਗ ਜਾਂਦਾ ਹੈ, ਭਾਵ ਮੁੜ ਕੇ ਫਿਰ ਉਸੇ ਚੱਕਰ ਵਿੱਚ ਮਨੁੱਖ ਪੈ ਜਾਂਦਾ ਹੈ। ਅਕਾਲ ਪੁਰਖ ਜੋ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਪਰਮੇਸ਼ਰ ਹੈ, ਉਸ ਨੇ ਇਹ ਸੰਸਾਰ ਰੂਪੀ ਕਿਲਾ ਬਣਾਇਆ, ਜਿਸ ਦੇ 84 ਲੱਖ ਜੂਨਾਂ ਦੇ 84 ਬੂਹੇ ਲੱਗੇ ਹੋਏ ਹਨ। ਕਿਲੇ ਦੇ ਇੱਕ ਮਨੁੱਖਾ ਸਰੀਰ ਤੋਂ ਬਿਨਾਂ ਜੀਵ ਨੂੰ ਕਿਸੇ ਵੀ ਜੂਨ ਵਿੱਚ ਵਾਹਿਗੁਰੂ ਦੀ ਪ੍ਰਾਪਤੀ ਦਾ ਕੋਈ ਸਾਧਨ ਨਹੀਂ ਬਣਦਾ। ਸਾਰੇ ਬੰਦ ਬੂਹਿਆਂ ਦੀ ਨਿਆਈ ਹਨ। ਕੇਵਲ ਤੇ ਕੇਵਲ ਇੱਕ ਮਾਨਸ ਜਾਮਾ ਹੈ, ਜਿਸ ਰਾਹੀਂ ਅਸੀਂ ਵਾਪਸ ਪਰਮੇਸ਼ਰ ਵੱਲ ਜਾ ਸਕਦੇ ਹਾਂ। ਬੈਰਾਗ ਤੇ ਵਿਵੇਕ ਹੋਣ ਨਾ ਕਰਕੇ ਇਹ ਸੁੱਤ ਦੀਆਂ ਅੱਖਾਂ ਤੋਂ ਅੰਨਾ ਹੈ। ਸਤ ਸੰਤੋਖ ਦੇ ਸ਼ੁਭ ਗੁਣਾ ਨਾ ਹੋਣ ਕਰਕੇ ਇਹ ਆਤਮਕ ਕਰਕੇ ਗੰਜਾ ਹੈ, ਤੇ ਪ੍ਰੇਮ ਰੂਪੀ ਹੱਥ ਨਾ ਹੋਣ ਕਰਕੇ ਟੁੰਡਾ ਹੈ, ਤੇ ਵਿਸ਼ੇ ਵਿਕਾਰਾਂ ਦਾ ਸ਼ਹਿਦ ਦਾ ਛੱਤਾ ਮਾਇਆ ਰੂਪੀ ਮੱਖੀਆਂ ਸੰਕਲਪ ਆਸ਼ਾ ਤ੍ਰਿਸ਼ਨਾ ਇਹ ਬਾਰ-ਬਾਰ ਇਹ ਜੀਵ ਨੂੰ ਡੰਗ ਮਾਰਦੀਆਂ ਤੇ ਮਾਲਕ ਨੂੰ ਭੁਲਾ ਦਿੰਦੀਆਂ। ਔਰ ਜੀਵ ਜਿਹੜਾ ਹੈ ਇਹਨਾਂ ਦੇ ਚੱਕਰ ਵਿੱਚ ਪਿਆ ਹੋਇਆ ਆਪਣੀ ਅਸਲੀਅਤ ਨੂੰ ਭੁੱਲ ਜਾਂਦਾ ਹੈ, ਔਰ ਭੁੱਲ ਕਰਕੇ ਜਾਂ ਤਾਂ ਮਾਇਆ ਦੇ ਸਵਾਦਾਂ ਵਿੱਚ ਖਚਿਤ ਹੋ ਜਾਂਦਾ ਹੈ, ਜਾਂ ਫਿਰ ਦੁੱਖਾਂ ਦੇ ਵਿੱਚ ਭਟਕਦਾ ਰਹਿੰਦਾ, ਉਸ ਪਰਮੇਸ਼ਰ ਨੂੰ ਪ੍ਰਾਪਤ ਨਹੀਂ ਕਰਦਾ। ਇਸੇ ਤਰ੍ਹਾਂ ਇੱਛਾ ਰੂਪੀ ਖੁਰਕ ਦੇ ਵਿੱਚ ਹੀ ਲੰਘ ਗਿਆ, ਕਾਮ ਕ੍ਰੋਧ ਦੇ ਫੁਰਨਿਆਂ ਵਿੱਚ ਉਮਰ ਲੰਘ ਗਈ। ਇਸੇ ਅਣਜਾਣ ਪੁਣੇ ਵਿੱਚ ਹੀ ਇੱਕ ਲੰਮਾ ਚੱਕਰ ਫੇਰ ਆਰੰਭ ਹੋ ਗਿਆ 84 ਲੱਖ ਜੂਨਾਂ ਦਾ, ਜਿਨ੍ਹਾਂ ਨੇ ਮਨੁੱਖਾ ਜਨਮ ਵਿੱਚ ਆ ਕੇ ਮਾਇਆ ਆਦਿ ਪਦਾਰਥਾਂ ਤੋਂ ਦੁਖੀ ਹੋ ਕੇ ਸਤਸੰਗਤ ਦੁਆਰਾ ਸਤਿਗੁਰ ਜੀ ਅੱਗੇ ਪੁਕਾਰ ਕੀਤੀ। ਉਹਨਾਂ ਨੂੰ ਕਿਰਪਾਲੂ ਦਿਆਲੂ ਸਤਿਗੁਰ ਨੇ ਨਾਮ ਦੀ ਦਾਤ ਅਮਰ ਦੀ ਦਾਤ ਦੇ ਕੇ ਨਾਮ ਅਭਿਆਸ ਨਾਲ ਜੋੜ ਲਿਆ। ਕਿਰਪਾ ਦ੍ਰਿਸ਼ਟੀ ਨਾਲ ਉਹਨਾਂ ਦੇ ਮਨਾਂ ਨੂੰ ਵਿਕਾਰਾਂ ਵੱਲੋਂ ਮੋੜ ਕੇ 84 ਤੋਂ ਖਹਿੜਾ ਛਡਾ ਕੇ ਮੁਕਤ ਕਰ ਦਿੱਤਾ। ਸ਼ੁਭ ਗੁਣਾਂ ਦੇ ਗੰਜ ਵਿੱਚ ਸ਼ੁਭ ਗੁਣਾਂ ਦੇ ਕੇਸ ਆ ਗਏ, ਮਾਨੋ ਜਿਵੇਂ ਗੰਜੇ ਸਿਰ 'ਤੇ ਦੁਆਰੇ ਕੇਸ ਆ ਜਾਣ। ਮਨੁੱਖ ਦੇ ਅੰਦਰ ਚੰਗੇ ਗੁਣ ਭਰ ਦਿੱਤੇ, ਪ੍ਰੇਮ ਰੂਪੀ ਹੱਥ ਵੀ ਠੀਕ ਕਰ ਦਿੱਤਾ, ਬਰਾਗ ਤੇ ਵਿਵੇਕ ਦੇ ਨੇਤਰ ਵੀ ਖੋਲ੍ਹ ਦਿੱਤੇ। ਇਸ ਦੇ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਇਉਂ ਸਤਿਗੁਰ ਨੇ ਕਿਰਪਾ ਕਰਕੇ
ਇਸ ਮਨੁੱਖ ਨੂੰ ਗਿਆਨ ਦੇ ਨੇਤਰ ਵੀ ਦੇ ਦਿੱਤੇ ਔਰ ਦਰਸ਼ਨਾਂ ਦਾ ਅਧਿਕਾਰੀ ਬਣਾ ਦਿੱਤਾ, ਗੁਰੂ ਵੀ ਮਿਲਾ ਦਿੱਤਾ। ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ, ਦੇਹੋ ਦਰਸ ਹਰ ਰਾਇਆ। ਜਦ ਸਿੱਖ ਨੇ ਇਉਂ ਬੇਨਤੀਆਂ ਕੀਤੀਆਂ ਤੇ ਪਰਮੇਸ਼ਰ ਪ੍ਰੇਰਨਾ ਕਰਕੇ ਇਸ ਨੂੰ ਗੁਰੂ ਕੋਲ ਲੈ ਗਿਆ, ਜਾਂ ਗੁਰੂ ਇਹਦੇ ਵੱਡੇ ਭਾਗਾਂ ਸਦਕਾ ਇਹਦੇ ਕੋਲ ਆ ਗਿਆ ਤੇ ਗੁਰੂ ਨੇ ਇਸ ਦਾ ਮਾਰਗ ਦਰਸ਼ਨ ਕੀਤਾ। ਜਿਵੇਂ ਪੰਜਵੇਂ ਪਾਤਸ਼ਾਹ ਜੀ ਇੱਕ ਸ਼ਬਦ ਲਿਖਦੇ ਹਨ ਕਿ ਮਹਾਰਾਜ ਤੂੰ ਬੜੀ ਕਿਰਪਾ ਕੀਤੀ, ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋ ਕੀਤੋਈ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ। ਕਹਿੰਦੇ ਬੜਾ ਦਇਆ ਕੀਤੀ, ਪਹਿਲਾਂ ਮਨੁੱਖ ਬਣਾਇਆ, ਫਿਰ ਆਪਣੇ ਪਿਆਰਿਆਂ ਦੇ ਘਰੇ ਜਨਮ ਦਿੱਤਾ ਮਨੁੱਖ ਬਣਾ ਕੇ, ਫਿਰ ਗੁਰੂ ਨਾਲ ਮਿਲਾਇਆ। ਇਹ ਤੁਹਾਡੀ ਕਿਰਪਾ ਹੈ, ਹੁਣ ਕਿਰਪਾ ਕਰਕੇ ਨਾਮ ਦੀ ਦਾਤ ਵੀ ਦੇ ਦਿਓ। ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋ ਕੀਤੋਈ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਤੇਰੀ ਦਇਆ ਹੈ, ਤਰਸ ਪਿਆ ਮੇਰਾ ਮਤ ਹੋਈ। ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ। ਤਨ ਮਨ ਥੀਵੈ ਹਰਿਆ। ਦੇ ਮਹਾਂਵਾਕ ਅਨੁਸਾਰ ਸਿੱਖ ਨੂੰ ਗੁਰੂ ਦੇ ਕੋਲੋਂ ਨਾਮ ਦੀ ਦਾਤ ਮੰਗਣੀ ਚਾਹੀਦੀ ਹੈ। ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਗੁਰਸਿੱਖਾ ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ। ਇਹ ਸਮਾਂ ਚਾਣਸ ਮਨੁੱਖਾ ਦੇਹੀ ਮਿਲੀ ਹੈ, ਇੱਥੋਂ ਛੁਟਕੇ ਅਠੌਰ ਨਾ ਪਾਏ। ਪੌੜੀ ਛੁੜਕੀ ਹੱਥ ਨ ਆਵੈ, ਅਹਿਲਾ ਜਨਮ ਗਵਾਇਆ। ਜਾਂ ਇਉਂ ਵੀ ਕਬੀਰ ਸਾਹਿਬ ਕਹਿੰਦੇ ਹਨ ਕਿ ਸਿੱਧੇ ਪਰਮੇਸ਼ਰ ਨਾਲ ਧਿਆਨ ਜੋੜ ਕੇ ਜੁੜੇ ਤੁਰੇ ਚੱਲੋ, ਸੂਧੇ ਸੂਧੇ ਰੇਗ ਚਲੋ। ਤੁਮ ਨਤਰ ਕੋ ਧੱਕਾ ਦਿਵਈ ਹੈ ਰੇ, ਬਾਰੇ ਬੂਢੇ ਤਰਨੇ ਭਈਆ। ਸਭ ਹੂੰ ਜਮ ਲੈ ਜਈ ਹੈ ਰੇ। ਸਾਰਿਆਂ ਨੂੰ ਜਮਾਂ ਨੇ ਲੈ ਜਾਣਾ। ਇਸ ਕਰਕੇ ਸਿੱਧੇ ਉਸ ਪਰਮੇਸ਼ਰ ਨਾਲ ਜੁੜੇ ਰਹੀਏ ਤੇ ਉਸ ਨੂੰ ਪ੍ਰਾਪਤ ਕਰ ਲਈਏ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਪਾਤਸ਼ਾਹ ਜੀ ਕਹਿੰਦੇ ਹੋਰ ਕੋਈ ਵੀ ਕੰਮ ਤੇਰੇ ਕੰਮ ਆਉਣ ਵਾਲੇ ਨਹੀਂ, ਕੇਵਲ ਤੇ ਕੇਵਲ ਸਤਸੰਗਤ ਕੀਤੀ ਹੀ ਤੇਰੇ ਕੰਮ ਆਵੇਗੀ। ਜੈ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜਹ ਮਹਾ ਭਿਆਨ ਤਬ ਤਬੋ ਕਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚੱਲੈ। ਇਸ ਕਰਕੇ ਪੰਜਵੇਂ ਪਾਤਸ਼ਾਹ ਜੀ ਸੁਖਮਨੀ ਸਾਹਿਬ ਦੇ ਇਹਨਾਂ ਬਚਨਾਂ ਰਾਹੀਂ ਵੀ ਸਿੱਖ ਨੂੰ ਇਹ ਉਪਦੇਸ਼ ਦਿੰਦੇ ਹਨ, ਸਰੰਜਾਮ ਲਾਗ। ਇਸ ਸੰਸਾਰ ਸਮੁੰਦਰ ਚੋਂ ਨਿਕਲਣ ਦਾ ਇੰਤਜ਼ਾਮ ਕਰ। ਭਵ ਜਲ ਤਰਨ ਕੈ, ਭਵ ਸਾਗਰ ਦੇ ਵਿੱਚੋਂ ਨਿਕਲਣ ਦਾ ਇੰਤਜ਼ਾਮ ਕਰ। ਭਵ ਹੁੰਦਾ ਘੁੰਮਣਾ, ਜਨਮ ਲੈਣਾ। ਸਮੁੰਦਰ ਦੇ ਵਿੱਚ ਭਮੀਰੀਆਂ ਘੁੰਮਦੀਆਂ, ਪਾਣੀ ਘੁੰਮਦਾ ਹੈ। ਜਿਹੜੀਆਂ ਚੀਜ਼ਾਂ ਉਹਨਾਂ ਭਮੀਰੀਆਂ ਦੇ ਵਿੱਚ ਆ ਜਾਂਦੀਆਂ, ਉਹ ਮੁੜ ਕੇ ਉਹਦੇ ਵਿੱਚ ਹੀ ਘੁੰਮੀ ਜਾਂਦੀਆਂ। ਇਸੇ ਤਰ੍ਹਾਂ ਮਨੁੱਖ ਜਿਹੜਾ ਹੈ ਵਿਸ਼ੇ ਵਿਕਾਰਾਂ ਦੇ ਸਮੁੰਦਰ ਵਿੱਚ, ਭਰਮਾਂ ਦੀਆਂ ਭਮੀਰੀਆਂ ਵਿੱਚ ਫਸ ਗਿਆ ਹੈ। ਲੋਭ ਦੀਆਂ ਲਹਿਰਾਂ ਤੇ ਤ੍ਰਿਸ਼ਨਾ ਦੀ ਅੱਗ ਵਿੱਚ ਫਸ ਗਿਆ ਹੈ। ਇਸ ਤੋਂ ਨਿਕਲਣ ਦਾ ਬੰਦੋਬਸਤ, ਇੰਤਜ਼ਾਮ, ਉਦਮ ਕਰਨਾ ਚਾਹੀਦਾ। ਇਸ ਤੋਂ ਤਰਨ ਦੇ ਕਾਰਜ ਸਿੱਧ ਕਰਨ ਵਿੱਚ ਲੱਗ ਜਾਣਾ ਚਾਹੀਦਾ। ਜਾਂ ਨਾਨਕੋ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਤੇ ਉਹ ਕਾਰਜ ਹੈ ਪਰਮੇਸ਼ਰ ਦਾ ਸਿਮਰਨ ਕਰਨਾ, ਪਰਮੇਸ਼ਰ ਨਾਲ ਜੁੜਨਾ। ਜੇ ਪਰਮੇਸ਼ਰ ਦੇ ਸਿਮਰਨ ਭਜਨ ਕਰਨ ਵਿੱਚ ਉਦਮ ਕਰੇ ਤਾਂ ਬਾਹਰਲੇ ਕੰਮਾਂ ਦਾ ਪ੍ਰਬੰਧ ਵਾਹਿਗੁਰੂ ਆਪੇ ਹੀ ਕਰ ਦਿੰਦਾ। ਸਗਲ ਸਰੰਜਾਮ ਕਰੇ ਪ੍ਰਭ ਆਪੇ, ਭਏ ਮਨੋਠ ਸੋ ਪ੍ਰਭ ਜਾਪੇ। ਮਨੁੱਖ ਪਰਮੇਸ਼ਰ ਦਾ ਨਾਮ ਜਪੇ, ਬਾਕੀ ਕੰਮ ਪਰਮੇਸ਼ਰ ਆਪੇ ਕਰਦਾ। ਅਚਿੰਤ ਕੰਮ ਕਰੇ ਪ੍ਰਭ ਤਿਨਕੇ, ਜਿਨ ਹਰ ਕਾ ਨਾਮ ਪਿਆਰਾ। ਜਿਹੜੇ ਹਰੀ ਦਾ ਨਾਮ ਜਪਦੇ ਆ ਉਹਨਾਂ ਦੇ ਕੰਮ ਹਰੀ ਆਪ ਕਰਦਾ।
ਜਨਮ ਬ੍ਰਿਥਾ ਜਾਤ। ਇਸ ਕਰਕੇ ਸਿੱਖਾ ਤੇਰਾ ਮਨੁੱਖਾ ਜੀਵਨ ਬਰਬਾਦ ਹੁੰਦਾ ਜਾ ਰਿਹਾ, ਖਾਤਮੇ ਵੱਲ ਜਾ ਰਿਹਾ ਹੈ। ਰੰਗ ਮਾਇਆ ਕੈ, ਮਾਇਆ ਦੇ ਵਿੱਚ ਉਲਝਣ ਕਰਕੇ ਬੀਤ ਜੈ ਹੈ ਜਨਮ ਅਕਾਜ ਰੇ। ਕਾਲ ਤੋਂ ਪਹੁੰਚਿਓ ਆਨ ਕਹਾਂ ਜੈ ਭਾਜ ਰੇ। ਮੌਤ ਮਗਰ ਲੱਗੀ ਹੋਈ ਹੈ ਮਨੁੱਖ ਦੇ। ਮਨੁੱਖ ਇਸ ਤੋਂ ਬਚ ਕੇ ਕਿੱਥੇ ਭੱਜ ਕੇ ਜਾਵੇਗਾ। ਇਸ ਮਨੁੱਖ ਨੇ ਜ਼ਿੰਦਗੀ ਵਿੱਚ ਆ ਕਰਕੇ ਕੁਛ ਵੀ ਨਾ ਕੀਤਾ। ਆਓ ਏਦਾਂ ਬੇਨਤੀ ਕਰ ਲਈਏ ਹੁਣ। ਰਹਾਉ। ਹੇ ਮਾਲਕ ਕਿਰਪਾ ਕਰ, ਮੈਂ ਤਾਂ ਬੜਾ ਹੀ ਨਿਮਾਣਾ ਨਿਤਾਣਾ ਹਾਂ। ਜਪ ਤਪ ਸੰਜਮ ਧਰਮ ਨਾ ਕਮਾਇਆ। ਨਾ ਮੈਂ ਕੋਈ ਜਪ ਕੀਤਾ, ਨਾ ਤਪ ਕੀਤਾ, ਨਾ ਕੋਈ ਧਰਮ ਕਮਾਇਆ। ਨਾ ਮੈਂ ਇੰਦਰੀਆਂ ਨੂੰ ਵਸ ਕੀਤਾ, ਵਿਸ਼ੇ ਵਿਕਾਰਾਂ ਵਿੱਚ ਉਲਝਿਆ ਰਿਹਾ। ਨਾ ਸਰੀਰ ਕਰਕੇ ਸੇਵਾ ਕੀਤੀ, ਨਾ ਮਨ ਕਰਕੇ ਬਾਣੀ ਪੜ੍ਹੀ। ਕਿਰਪਾ ਕਰੋ ਮੈਨੂੰ ਬਖਸ਼ ਲਓ। ਰਵਿਦਾਸ ਦਾਸ ਉਦਾਸ ਤਜ ਭਰਮ ਤਪਣ ਤਪ ਗੁਰ ਗਿਆਨ। ਹੋ ਰਵਿਦਾਸ, ਸੰਸਾਰ ਵੱਲੋਂ ਉਦਾਸ ਹੋ ਜਾ, ਭਰਮਾਂ ਨੂੰ ਛੱਡ ਕੇ ਗੁਰੂ ਦੇ ਗਿਆਨ ਨੂੰ ਪ੍ਰਾਪਤ ਕਰਕੇ ਤਪਸ ਕਰ ਲੈ, ਪਰਮੇਸ਼ਰ ਨਾਲ ਜੁੜਨਾ ਕਰ। ਜਪ ਤਪ ਸੰਜਮ ਧਰਮ ਨਾ ਕਮਾਇਆ। ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਨਾ ਮਾਤਲੋਕ ਵਿੱਚ ਆ ਕੇ ਮੈਂ ਸੇਵਾ ਕੀਤੀ, ਨਾ ਸਾਧਨਾ ਕੀਤੀ। ਨਾ ਮੈਂ ਹਰੀ ਨੂੰ ਉਸ ਰਾਜੇ ਪਰਮੇਸ਼ਰ ਨੂੰ ਜਾਣਨਾ ਕੀਤਾ, ਉਹਦੇ ਨਾਲ ਜੁੜਨਾ ਕੀਤਾ। ਨਾ ਮੈਂ ਉਹਦੇ ਪਿਆਰਿਆਂ ਦੀ ਸੰਗਤ ਕੀਤੀ। ਮਹਾਰਾਜ ਮੇਰਾ ਕੀ ਬਣੇਗਾ। ਆਓ ਬੇਨਤੀਆਂ ਕਰੀਏ। ਕਹੋ ਨਾਨਕ ਹਮ ਨੀਚ ਕਰਮਾ। ਆਓ ਇਸ ਤਰ੍ਹਾਂ ਨਿਮਰਤਾ ਸਹਿਤ ਬੇਨਤੀਆਂ ਕਰੀਏ। ਅਤ ਨੀਚ ਕਰਮ ਹਰ ਮੇਰੇ। ਮਹਾਰਾਜ ਮੇਰੇ ਬਹੁਤ ਮਾੜੇ ਕਰਮ ਹਨ, ਮੈਂ ਚੰਗੇ ਕੰਮ ਨਹੀਂ ਕੀਤੇ। ਮੈਂ ਸੁਣਿਆ ਸ਼ਰਨ ਪਰੇ ਕੀ ਰਾਖਤਾ ਨਾਹੀ ਸਹਿਸਾਇਆ। ਜਿਹੜਾ ਤੇਰੀ ਸ਼ਰਨ ਵਿੱਚ ਆ ਗਿਆ ਉਹਨੂੰ ਕੋਈ ਡਰ ਨਹੀਂ ਰਹਿੰਦਾ, ਖਤਰਾ ਨਹੀਂ ਰਹਿੰਦਾ। ਉਹਨਾਂ ਨੂੰ ਤੂੰ ਬਚਾ ਲੈਣਾ। ਸਰਮ ਪਈ ਨਾਰਾਇਣ ਦਾਰਕ ਨਾਨਕ ਦਰ ਪਈ ਆਹੋ। ਇਹ ਨਾਨਕ ਤੇਰੇ ਦਰ 'ਤੇ ਆ ਗਿਆ, ਹੁਣ ਤੈਨੂੰ ਹੀ ਮੇਰੀ ਲਾਜ ਹੈ। ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਮੈਂ ਤੇਰੇ ਭੇਜੇ ਗੁਰੂ ਨਾਨਕ ਦੇ ਰਾਹੀਂ, ਭਾਵ ਗੁਰੂ ਦੇ ਰਾਹੀਂ ਤੇਰੀ ਸ਼ਰਨ ਵਿੱਚ ਆ ਗਿਆ। ਕਿਰਪਾ ਕਰਕੇ ਪ੍ਰਭ ਜੀਓ ਖਸਮਾਨਾ ਕਰ ਪਿਆਰੇ। ਬੁਰੇ ਭਲੇ ਹਮ ਥਾਰੇ। ਅਸੀਂ ਜਿਹੋ ਜਿਹੇ ਵੀ ਹਾਂ ਤੇਰੇ ਹਾਂ, ਤੇ ਤੂੰ ਕਿਰਪਾ ਕਰਕੇ ਸਾਨੂੰ ਆਪਦੇ ਬਣਾਉਣਾ ਕਰ। ਸੰਜਾਮ ਲਾਗ ਭਵਜਲ ਤਰਨ ਕੈ। ਜਨਮ ਬ੍ਰਿਥਾ ਜਾਥ ਰੰਗ ਮਾਇਆ ਕਹਿ ਰਹਾਓ। ਜਬ ਤਪ ਸੰਜਮ ਧਰਮ ਨਾ ਕਮਾਇਆ। ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ। ਸਰਨ ਪਰੇ ਕੀ ਰਾਖੋ ਸਰਮਾ। ਇਸ ਤਰ੍ਹਾਂ ਸਿੱਖ ਬੇਨਤੀਆਂ ਕਰੇ ਤੇ ਆਉਣ ਵਾਲਾ ਸਮਾਂ ਜਿਹੜਾ ਹੈ ਇਸ ਨੂੰ ਸਫਲਾ ਕਰੇ। ਇਹ ਸੀ ਪਵਿੱਤਰ ਸ਼ਬਦ ਰਹਿਰਾਸ ਜੀ ਦਾ ਆਖਰੀ ਸ਼ਬਦ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੇ ਇਹ ਤੇਰੀ ਬਰੀਆ। ਜੋ ਕਿ ਗ੍ਰੰਥ ਸਾਹਿਬ ਜੀ ਦੇ ਅੰਗ 12 ਉੱਪਰ ਸਵਾਇਮਾਨ ਹੈ। ਸਭ ਤੋਂ ਪਹਿਲੀ ਰਹਿਰਾਸ ਇਹੋ ਹੀ ਹੈ। ਉਸ ਤੋਂ ਬਾਅਦ ਅੱਗੇ 10ਵੇਂ ਪਾਤਸ਼ਾਹ ਜੀ ਦੀ ਚੌਪੀ ਸਾਹਿਬ ਜੀ ਵਿੱਚ ਜੋੜਨਾ ਕੀਤਾ ਹੈ, ਹੋਰ ਸ਼ਬਦ ਵਿੱਚ ਲਾਉਣੇ ਕੀਤੇ। ਇਹ ਬਾਅਦ ਦੇ ਵਿੱਚ ਉਚਾਰਨ ਕੀਤੇ ਗਏ ਨਾਲ। ਪਰ ਇਹ ਰਹਿਰਾਸ ਸਾਹਿਬ ਜੀ ਦੇ ਜਿਹੜੇ ਸ਼ਬਦ ਸਨ ਸੰਪੂਰਨ ਹੋਏ। ਅੱਗੇ ਸੋਹਿਲਾ ਸਾਹਿਬ ਦਾ ਜਾਪ ਚੱਲਦਾ ਹੈ। 12 ਅੰਗ ਤੋਂ ਅੱਗੇ ਸੋਹਿਲਾ ਸਾਹਿਬ ਦੇ ਸ਼ਬਦ ਜੈ ਕਰ ਕੀਰਤੇ ਆਖੀਐ। ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੋ। ਇਹ ਵਿਚਾਰ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।